Christ died for us. खुदावंद यीशु मसीह ने साडे लिए अपनी जान दी थी। We give you praise. ਅਸੀਂ तेरी सिताइश करने हैं। Lord, we praise you for this opportunity to gather in celebration खुदावंद ਅਸੀਂ इस मौके ਲਈ इस दिन ਲਈ इस कड़ी ਲਈ खुदा बाप तेरा शुक्र करने हैं। of the ministry of Glory TV. ਜਿਹੜੀ ਗਲੋਰੀ ਟੀਵੀ ਦੀ ਮਿਨਿਸਟਰੀ ਹੈ खुदावंद ਉਹਦੇ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਅਸੀਂ ਸ਼ੁਕਰ ਕਰਨੇ ਆ ਤੇਰਾ। We thank you for the years of ministry. ਅਸੀਂ ਤੇਰਾ ਸ਼ੁਕਰ ਕਰਨੇ ਆ ਉਹਨਾਂ ਸਾਲਾਂ ਲਈ खुदावंद ਜਿਹੜੇ ਸਾਲਾਂ ਚ खुदावंद ਗਲੋਰੀ ਟੀਵੀ ਦੀ ਖਿਦਮਤ ਤੇਰੇ ਸਾਹਮਣੇ ਰਹੀ ਹੈ। That we remember today. ਜਿਹਨੂੰ ਅਸੀਂ ਅੱਜ ਸਾਰੇ ਮਿਲ ਕੇ खुदावंद ਤੇਰੀ ਹਜ਼ੂਰੀ ਦੇ ਵਿੱਚ ਯਾਦ ਕਰਾਂਗੇ। We pray it will be a time of joy and remembrance. ਤੇ ਅਸੀਂ ਯਾਦ ਕਰਾਂਗੇ ਤੇ ਖੁਸ਼ੀ ਦੇ ਨਾਲ ਤੇਰੇ ਹਜ਼ੂਰ खुदावंद ਖੁਸ਼ੀ ਮਨਾਵਾਂਗੇ। We also pray for the years ahead ਅਸੀਂ ਆਉਣ ਵਾਲੇ ਸਾਲਾਂ ਲਈ ਵੀ खुदावंद ਦੁਆ ਕਰਾਂਗੇ that they will continue to glorify you ਤਾਂ ਕਿ खुदावंद ਆਉਣ ਵਾਲੇ ਸਾਲਾਂ ਚ खुदावंद ਗਲੋਰੀ ਟੀਵੀ ਤੇਰੇ ਹੀ ਨਾਮ ਨੂੰ ਉੱਚਾ ਕਰਦਾ ਰਹੇ and proclaim the gospel clearly. ਤੇ ਜਿਹੜੀ ਖੁਸ਼ਖਬਰੀ ਹੈ ਉਹਨੂੰ ਬੜੇ ਅੱਛੇ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਰਹਿਣ। And keep the gospel of Christ in the center of all that they do. ਤੇ ਜਿਹੜੀ खुदावंद ਯਿਸੂ ਮਸੀਹ ਦੀ ਖੁਸ਼ਖਬਰੀ ਹੈ ਉਹਨੂੰ ਸਾਰਿਆਂ ਤੋਂ ਅੱਗੇ ਤੇ ਸਾਰਿਆਂ ਤੋਂ ਜ਼ਰੂਰੀ ਰੱਖਣ। Lord, we praise you for these that are gathered here today. खुदावंद ਅਸੀਂ ਤੇਰੇ ਲਈ ਅਸੀਂ ਸ਼ੁਕਰ ਕਰਨੇ ਆ खुदावंद ਸਾਰੀਆਂ ਰੂਹਾਂ ਲਈ ਸਾਰੇ ਭੈਣ ਭਰਾਵਾਂ ਲਈ खुदावंद ਜਿਹੜੇ ਇੱਥੇ ਇਕੱਠੇ ਨੇ। We pray that you will join our hearts in love and fellowship. ਅਸੀਂ ਦੁਆ ਕਰਨੇ ਆ खुदावंद ਕਿ ਸਾਡੇ ਦਿਲ ਇਕੱਠੇ ਹੋਣਗੇ ਮੁਹੱਬਤ ਦੇ ਵਿੱਚ ਤੇ ਤਾਰੀਫ ਦੇ ਵਿੱਚ। And that our praises will be pleasing to you. ਤੇ खुदावंद ਜਿਹੜੀ ਸਾਡੀ ਹਮਦ ਓ ਸਨਾ ਤੇਰੇ ਹਜ਼ੂਰ ਕਬੂਲ ਠਹਿਰੇਗੀ खुदावंद। This we ask in the name of Jesus. ਅਸੀਂ ਦੁਆ ਕਰਨੇ ਆ खुदावंद ਯਿਸੂ ਮਸੀਹ ਦੇ ਨਾਮ ਤੋਂ। Amen. ਆਮੀਨ। ਨੂੰ ਤੇ ਗੁਜ਼ਾਰਿਸ਼ ਕਰਾਂਗਾ ਕਿ ਉਹ ਸਟੇਜ ਤੇ ਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਹਾਲੇਲੂਇਆ ਹਾਲੇਲੂਇਆ। ਸਾਰੇ ਭੈਣਾਂ ਤੇ ਭਾਈਆਂ ਨੂੰ ਜੈ ਮਸੀਹ ਦੀ। ਮੇਰੇ ਜੀਜੋ ਬਚਨ ਦੇ ਵਿੱਚ ਲਿਖਿਆ ਹੋਇਆ ਹੈ ਪ੍ਰਭੂ ਦੇ ਵਿੱਚ खुश रहो आनंद रहो खुश रहो आनंद रहो हमेशा हमेशा आनंद रहो कि तुसी खुश हो आनंद हो जवाब नहीं आया आमीन आमीन। तुसी खुश हो सारे हाँ जी तुसी खुश हो आनंद भी हो ते आओ फिर एक गज के हालेलुया दा नारा मारिए हालेलुया हालेलुया। मैं ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਸਤਸੰਗ ਦੇ ਵਿੱਚ ਆਏ ਤੇ ਰੌਣਕ ਨੂੰ ਵਧਾਇਆ। ਮੈਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ ਅਤੇ ਤੁਹਾਨੂੰ ਜੀ ਆਇਆਂ ਕਹਿੰਦਾ ਤੇ ਵੈਲਕਮ ਕਰਦਾ ਹਾਂ ਸਭ ਦਾ ਖੁਸ਼ਾਮਦੀਦ। ਅਤੇ ਅਸੀਂ ਸਭ ਮਿਲ ਕੇ ਜਾਨੀ ਪੈਰਿਸ ਦੇ ਸਭ ਭੈਣ ਭਾਈ ਮਿਲ ਕੇ ਗਲੋਰੀ ਟੀਵੀ ਦਾ ਧੰਨਵਾਦ ਕਰਦੇ ਹਾਂ। ਅਸੀਂ ਗਲੋਰੀ ਟੀਵੀ ਦਾ ਵੈਲਕਮ ਕਰਦੇ ਹਾਂ। ਅਸੀਂ ਗਲੋਰੀ ਟੀਵੀ ਦੇ ਸਭ ਸ਼ੁਕਰਗੁਜ਼ਾਰ ਹਾਂ ਕਿ ਅੱਜ ਫਿਰ ਗਲੋਰੀ ਟੀਵੀ ਸਾਡੇ ਵਿੱਚ ਮੌਜੂਦ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਇੱਕ ਵਾਰ ਫਿਰ ਗਲੋਰੀ ਟੀਵੀ ਦੇ ਨਾਲ ਮਿਲ ਕੇ ਸਾਨੂੰ ਪ੍ਰਭੂ ਦੇ ਨਾਮ ਨੂੰ ਜਲਾਲ ਦੇਣ ਦਾ ਮਹਿਮਾ ਦੇਣ ਦਾ ਮੌਕਾ ਮਿਲਿਆ। ਅਸੀਂ ਗਲੋਰੀ ਟੀਵੀ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਅਸੀਂ ਸਭ ਆਪਣੇ ਬਹੁਤ ਹੀ ਮਾਣਯੋਗ ਸਿਸਟਰ ਪੈਮ ਅਤੇ ਭਾਈ ਸਰਫਰਾਜ਼ ਦਾ ਧੰਨਵਾਦ ਕਰਦੇ ਹਾਂ ਜੋ ਇਸ ਪ੍ਰੋਗਰਾਮ ਦੇ ਵਿੱਚ ਆਏ ਤੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਾਏ। ਜੀ ਜੋ ਅੱਜ ਦਾ ਇਹ ਪ੍ਰੋਗਰਾਮ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਗਲੋਰੀ ਟੀਵੀ ਦਾ ਗਲੋਰੀ ਟੀਵੀ ਦੀ 6ਵੀਂ ਐਨੀਵਰਸਰੀ ਮਨਾਉਣ ਦੀ ਕੋਸ਼ਿਸ਼ ਸਾਲਗਿਰਾ ਮਨਾਉਣ ਦੀ ਕੋਸ਼ਿਸ਼ ਗਲੋਰੀ ਟੀਵੀ ਦੀ 6ਵੀਂ ਸਾਲਗਿਰਾ ਮਨਾਉਣ ਦੀ ਕੋਸ਼ਿਸ਼। ਇਹ ਪ੍ਰੋਗਰਾਮ ਗਲੋਰੀ ਟੀਵੀ ਨੂੰ ਚੱਲਦੇ ਹੋਏ 6 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਰੱਖਿਆ ਗਿਆ ਹੈ। ਅਸੀਂ ਦੇਖਿਆ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਕਈ ਮੁਸ਼ਕਲਾਂ ਦਾ ਕਈ ਤਕਲੀਫਾਂ ਦਾ ਸਾਹਮਣਾ ਕਰਦੇ ਹੋਏ ਉਤਰਾ ਚੜਾ ਦੇਖਦੇ ਹੋਏ ਗਲੋਰੀ ਟੀਵੀ ਨੇ ਆਪਣੇ 6 ਸਾਲ ਪੂਰੇ ਕੀਤੇ। ਸ਼ੁਰੂ ਵਿੱਚ ਜਦੋਂ ਗਲੋਰੀ ਟੀਵੀ ਹਲੇ ਸ਼ੁਰੂ ਹੋਇਆ ਸੀ ਤੇ ਸ਼ੁਰੂ ਵਿੱਚ ਸਾਨੂੰ ਪਤਾ ਲੱਗਾ ਕਿ ਕੋਈ ਮਸੀਹੀ ਚੈਨਲ ਖੁੱਲਾ ਹੈ ਗਲੋਰੀ ਟੀਵੀ
ਤੇ ਅਸੀਂ ਇੰਸਟਾਲੇ ਕਰਾ ਕੇ ਉਹਨੂੰ ਦੇਖਿਆ ਤੇ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਕਿ ਚਲੋ ਹੁਣ ਆਪਣੀ ਬੋਲੀ ਹਿੰਦੀ ਉਰਦੂ ਪੰਜਾਬੀ ਦੇ ਵਿੱਚ ਸਾਨੂੰ ਬਚਨ ਸੁਣਨ ਨੂੰ ਮਿਲੇਗਾ। ਤੇ ਅੱਜ ਅਸੀਂ ਵੀ ਤੇ ਹੋਰ ਵੀ ਬਹੁਤ ਸਾਰੇ ਭੈਣ ਭਾਈ ਆਪਣੀ ਬੋਲੀ ਵਿੱਚ ਬਚਨ ਸੁਣ ਸਕਦੇ ਹਾਂ। ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਦੇਖਿਆ ਹੈ ਕਿ ਸੈਂਕੜੇ ਹਜ਼ਾਰਾਂ ਰੂਹਾਂ ਬਚ ਰਹੀਆਂ। ਗਲੋਰੀ ਟੀਵੀ ਦੇ ਵਸੀਲੇ ਦੇ ਨਾਲ ਹਜ਼ਾਰਾਂ ਹੀ ਰੂਹਾਂ ਬਚ ਰਹੀਆਂ। ਪਰਮੇਸ਼ਰ ਦਾ ਧੰਨਵਾਦ ਹੈ ਕਿ ਇਹ ਗਲੋਰੀ ਟੀਵੀ ਉਹਨੇ ਸਾਨੂੰ ਦਿੱਤਾ ਹੈ। ਅਸੀਂ ਗਲੋਰੀ ਟੀਵੀ ਦੇ ਸਭ ਪਾਰਟਨਰਸ ਦਾ ਵੀ ਤੇ ਉਹਨਾਂ ਭੈਣਾਂ ਭਾਈਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਅੱਜ ਤੱਕ ਗਲੋਰੀ ਟੀਵੀ ਦੇ ਨਾਲ ਸ਼ਾਨਾਂ ਬਸ਼ਾਨਾਂ ਖੜੇ ਰਹੇ ਹਨ। ਸਿਸਟਰ ਪੈਮ ਤੇ ਭਾਈ ਸਰਫਰਾਜ਼ ਜੀ ਦੀ ਲਗਨ ਅਤੇ ਮਿਹਨਤ ਦੀ ਦਾਤ ਦਿੰਦੇ ਆ ਕਿ ਪਰਮੇਸ਼ਰ ਦੇ ਇਸ ਕੰਮ ਲਈ ਜੋ ਬੀੜਾ ਉਹਨਾਂ ਨੇ ਚੁੱਕਿਆ ਸੀ, ਬੜੀ ਮਿਹਨਤ ਅਤੇ ਲਗਨ ਦੇ ਨਾਲ ਉਹਨੂੰ ਨਿਭਾ ਰਹੇ ਹਨ। ਜੀ ਜੋ ਤੁਹਾਡੇ ਸਭ ਦੇ ਸਾਥ ਤੇ ਉਹਨਾਂ ਦੀ ਮਿਹਨਤ ਦਾ ਇਹ ਨਤੀਜਾ ਹੈ ਕਿ ਅੱਜ ਅਸੀਂ ਪੈਰਿਸ ਦੇ ਵਿੱਚ ਵੀ ਗਲੋਰੀ ਟੀਵੀ ਦੀ 6ਵੀਂ ਸਾਲਗਿਰਾ ਮਨਾ ਰਹੇ ਹਾਂ। ਗਲੋਰੀ ਟੀਵੀ ਦੇ 6 ਸਾਲ ਪੂਰੇ ਹੋਣ ਦੀ ਖੁਸ਼ੀ ਨੂੰ ਸਾਂਝਾ ਕਰ ਰਹੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਯਿਸੂ ਦੇ ਆਉਣ ਤੱਕ ਗਲੋਰੀ ਟੀਵੀ ਕਾਇਮ ਔਰ ਦਾਇਮ ਰਹੇ। ਆਮੀਨ। ਹੁਣ ਮੈਂ ਰੌਕਸੀਨ ਨੂੰ ਤੇ ਸਿਸਟਰ ਮਾਰੀ ਨੂੰ ਬੁਲਾਵਾਂਗਾ ਕਿ ਉਹ ਆਉਣ ਤੇ ਬ੍ਰਦਰ ਸਰਫਰਾਜ਼ ਤੇ ਸਿਸਟਰ ਪੈਮ ਦਾ ਸਵਾਗਤ ਕਰਨ। ਮੈਂ ਚਾਹੁੰਦਾ ਹਾਂ ਜ਼ੋਰਦਾਰ ਤਾੜੀਆਂ ਹਾਲੇਲੂਇਆ 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 ਹਾਲੇਲੂਇਆ। ਥੈਂਕ ਯੂ ਵੈਰੀ ਮਚ। ਯਹੋਵਾ ਲਈ ਇੱਕ ਨਵਾਂ ਗੀਤ ਗਾਓ, हे ਸਾਰੀ ਸ੍ਰਿਸ਼ਟੀ ਯਹੋਵਾ ਲਈ ਗਾਓ, ਯਹੋਵਾ ਲਈ ਗਾਓ, ਉਹਦੇ ਨਾਮ ਨੂੰ ਮੁਬਾਰਕ ਆਖੋ। ਹੁਣ ਅਸੀਂ ਵਰਸ਼ਿਪ ਵੱਲ ਜਾਵਾਂਗੇ ਤੇ ਖੁਦਾ ਦੇ ਨਾਮ ਨੂੰ ਜਲਾਲ ਦੇਵਾਂਗੇ। ਮੈਂ ਆਪਣੀ ਕੁਆਇਰ ਨੂੰ ਇਨਵਾਈਟ ਕਰਦਾ ਹਾਂ ਕਿ ਉਹ ਸਟੇਜ ਤੇ ਆਉਣ ਤੇ ਖੁਦਾ ਦੀ ਮਹਿਮਾ ਦੇ ਲਈ ਗੀਤ ਗਾਉਣ। ਅਸੀਂ ਸਾਰੇ ਮਿਲ ਕੇ ਖੁਸ਼ ਹੋ ਕੇ ਖੁਦਾਵੰਦ ਦੇ ਨਾਮ ਨੂੰ ਉੱਚਾ ਕਰੀਏ ਤੇ ਆਈਏ ਅਸੀਂ ਮਿਲ ਕੇ ਗਾਈਏ। ਨਾਵਾਂ ਵਿੱਚੋਂ ਉੱਚਾ ਯਿਸੂ ਨਾਮ ਵੇਖਿਆ, ਨਾਵਾਂ ਵਿੱਚੋਂ ਉੱਚਾ ਯਿਸੂ ਨਾਮ ਵੇਖਿਆ। ਹਾਲੇਲੂਇਆ। ਨਾਵਾਂ ਵਿੱਚੋਂ ਉੱਚਾ ਯਿਸੂ ਨਾਮ ਵੇਖਿਆ, ਨਾਵਾਂ ਵਿੱਚੋਂ ਉੱਚਾ ਯਿਸੂ ਨਾਮ ਵੇਖਿਆ। ਉਹਦਾ ਬੋਲ ਬਾਲਾ ਇਤਿਹਾਨ ਵੇਖਿਆ, दुश्मन शैतान वाले किन्ने होने तारे थे, बड़े बड़े मौत से मसीहा ने उठाए थे। दुश्मन शैतान वाले किन्ने
हालेलुया हालेलुया। मेरा सारा जीवन बदल गया, बदल गया, बदल गया। मेरा सारा जीवन बदल गया, बदल गया। मेरा सारा जीवन बदल गया, बदल गया, बदल गया। मेरा सारा जीवन बदल गया। रूहे पाक दी संगत दे नाल, रूहे पाक दी संगत दे नाल उठना बैठना बदल गया, बदल गया, बदल गया। मेरा सारा जीवन बदल गया, बदल गया, बदल गया। पाक दी संगत दे नाल, रूहे पाक दी संगत दे नाल उठना बैठना बदल गया, बदल गया, बदल गया। मेरा सारा जीवन बदल गया, बदल गया, बदल गया। मेरा सारा जीवन बदल गया। एक एक बूंद दे विच ने देखो कीता जो कबूल ते कालियां दिल दे विच हुण वसदा वेखो, दिल दे विच हुण वसदा वेखो। दिल दी धड़कन बदल गया, बदल गया, बदल गया। मेरा सारा जीवन बदल गया, बदल गया, बदल गया। मेरा सारा जीवन बदल गया। रूहे पाक दी संगत दे नाल, रूहे पाक दी संगत दे नाल उठना बैठना बदल गया, बदल गया, बदल गया। मेरा सारा जीवन बदल गया, बदल गया, बदल गया। मेरा सारा जीवन बदल गया। ओदे पाक लहू दे नाल लहू दी कुर्बानी दे नाल ओदे पाक लहू दे नाल मिलिया शिफा, मिलिया शिफा। लहू दी कुर्बानी दे नाल मिलिया कतामा, मिलिया कतामा। तौबा जदों दी कीती मेरा, तौबा जदों दी कीती मेरा। सारा अज बदल गया, बदल गया, बदल गया। मेरा सारा जीवन बदल गया, बदल गया, बदल गया। मेरा सारा
हालेलुया। क्योंकि खुदावंद दे नाम तो ही छुटकारा है, होर कोई दूसरा नाम नहीं है इस दुनिया ते कि जिस तो असीं बचाए जाना। वो इको ही नाम आ, वो यसू नाम है। हालेलुया हालेलुया। आइए असीं मिल के गाइए, मैं यसू नाम जदों पुकारा, मेरे कटदा है रोग हजारा, मेरे कटदा है रोग हजारा। मैं हालेलुया गावा, मैं हालेलुया गावा, मैं यीशु नाम जदों पुकारा, मैं यीशु नाम जदों पुकारा, मैं यीशु नाम जदों पुकारा। मेरे कटदा है रोग हजारा, मेरे कटदा है रोग हजारा। मैं हालेलुया गावा, मैं हालेलुया गावा, मैं यीशु नाम जदों पुकारा, मैं यीशु नाम जदों पुकारा। मेरे कटदा है रोग हजारा, मेरे कटदा है रोग हजारा। मैं हालेलुया गावा, मैं हालेलुया गावा, मैं यीशु नाम जदों पुकारा, मैं यीशु नाम जदों पुकारा। ओदे गल वर्गी कोई गल नहीं, यीशु नाम बिना कोई हल नहीं। ओदे गल वर्गी कोई गल नहीं, यीशु नाम बिना कोई हल नहीं, यीशु नाम बिना कोई हल नहीं। यीशु नाम तो मैं सदके गावा, यीशु नाम तो मैं सदके गावा। मेरे कटदा है रोग हजारा, मेरे कटदा है रोग हजारा। मैं हालेलुया गावा, मैं हालेलुया गावा, मैं यीशु नाम जदों पुकारा, मैं यीशु नाम जदों पुकारा। जेड़ा कदमी यीशु दे आउंदा है, दुखां दर्दां तो बच जांदा है। जेड़ा कदमी यीशु दे आउंदा, दुखां दर्दां तो बच जांदा, दुखां दर्दां तो बच जांदा है। यीशु नाम तो सारे कौन शिफावां, यीशु नाम तो सारे कौन शिफावां। मेरे कटदा है रोग हजारा, मेरे कटदा है रोग हजारा। मैं हालेलुया गावा, मैं हालेलुया गावा, यीशु नाम जदों पुकारा, मैं यीशु नाम जदों पुकारा। ओ तां सुनदा मेरियां मिन्नतां नूं, ओ तां जाणदा मेरियां अर्ज़ां नूं, ओ तां सुनदा मेरियां अर्ज़ां नूं, ओ तां जाणदा मेरियां अर्ज़ां नूं, ओ तां जाणदा मेरियां अर्ज़ां नूं। यीशु नाम तो तू कौन भलावां, यीशु नाम तो तू कौन भलावां। मेरे कटदा है रोग हजारा, मेरे कटदा है रोग हजारा। मैं हालेलुया गावा, मैं हालेलुया गावा, मैं यीशु नाम जदों पुकारा, मैं यीशु नाम जदों पुकारा। मेरे कटदा है रोग हजारा, मेरे कटदा है रोग हजारा। मैं हालेलुया गावा, मैं हालेलुया गावा, मैं यीशु नाम जदों पुकारा, मैं यीशु नाम जदों पुकारा। हालेलुया।
यहोवा मैं पुकारता मेरे वाले तू छेती आ यहोवा मैं पुकारता मेरे वाले तू छेती आ यहोवा मैं पुकारता पुकारता जब पुकारा मैं तेनों खुदा
करता हूँ खुदावन ज़िंदगी बख्श कलाम के लिए खुदावन, क्योंकि ये कलाम हमारी ज़िंदगियों के लिए राह और रोशनी है खुदावन। हम इस कलाम के बगैर कुछ भी नहीं खुदावन। ये कलाम हमारी ज़िंदगियों में बहुत सा फल लाए खुदावन, हमारी ज़िंदगियों के लिए खुदावन, एक एक जान के लिए खुदावन ये कलाम हो खुदावन। मैं आपके खादम के लिए खुदावन दुआ करता हूँ खुदावन, आग से ताया हुआ कलाम दे खुदावन। हालेलुया खुदावन, हम आपका शुक्र करते हैं। मैं एक एक फैमिली को खुदावन आपके ज़ख्मी हाथों में दे देता हूँ, एक एक जान के लिए खुदावन आपकी बरकत मांगता हूँ खुदावन। अगर खुदावंद इस कलीसिया में खुदावन कोई बीमार है, कोई मुसीबत में है, कोई दुख में है खुदावन, मैं उनके लिए खुदावंद आपकी बरकत मांगता हूँ। उनकी तमाम परेशानी को आपकी यीशु नाम से जाती रहे खुदावन। आपका बेटा यीशु नाम जलाल पाए खुदावन, आपका बेटा यीशु नाम जलाल पाए, आपके वफादार और जलाली नाम के वसीला से। धन्यवाद जी, 10 ऐड पढ़ दो। ਅਫਸੀਆਂ ਦਾ ਖਤ 3 ਬਾਬ 10। ਭਈ ਹੁਣ ਕਲੀਸਿਆ ਦੇ ਰਾਹੀਂ ਕਲੀਸਿਆ ਦੇ ਰਾਹੀਂ ਸਵਰਗੀ ਥਾਵਾਂ ਵਿੱਚ ਹਕੂਮਤਾਂ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਇਖਤਿਆਰਾਂ ਉੱਤੇ ਪਰਮੇਸ਼ਵਰ ਦਾ ਨਾਨਾ ਪ੍ਰਕਾਰ ਦਾ ਗਿਆਨ ਪ੍ਰਗਟ ਕੀਤਾ ਜਾਵੇ। ਨਾਨਾ ਪ੍ਰਕਾਰ ਦਾ, ਕਈ ਪ੍ਰਕਾਰ ਦਾ, ਨਾਨਾ ਪ੍ਰਕਾਰ ਦਾ ਗਿਆਨ ਪ੍ਰਗਟ ਕੀਤਾ ਜਾਵੇ। ਜੀ ਜੋ ਸਾਡੇ ਦਿਲਾਂ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋ ਸਕਦੇ ਹਨ। ਦੁਨੀਆ ਉੱਤੇ ਕਿੰਨੇ ਧਰਮ ਹਨ, ਅਸੀਂ ਇੰਨੇ ਧਰਮ ਦੇਖਦੇ ਹਾਂ। ਮੁਸਲਮਾਨ ਧਰਮ, ਹਿੰਦੂ ਧਰਮ, ਸਿੱਖ ਧਰਮ, ਜੈਨ ਧਰਮ, ਬੁੱਧ ਧਰਮ, ਮਸੀਹੀ ਧਰਮ, ਕਿੰਨੇ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਕਹਿੰਦੇ ਹਨ ਪਰਮੇਸ਼ਰ ਹੈ ਹੀ ਨਹੀਂ। ਇਹ ਸਭ ਦੇਖ ਕੇ ਸਾਡੇ ਦਿਲ ਵਿੱਚ ਬਹੁਤ ਸਵਾਲ ਪੈਦਾ ਹੋ ਸਕਦੇ ਹਨ ਕਿ ਇਹ ਸਭ ਕੀ ਹੈ। ਅੱਜ ਦੁਨੀਆ ਇੰਨੀ ਤਰੱਕੀ ਕਰ ਰਹੀ ਹੈ, ਸੰਸਾਰ ਵਿੱਚ ਲੋਕ ਕਿੰਨੀ ਤਰੱਕੀ ਕਰ ਰਹੇ ਹਨ। ਟੈਲੀਵਿਜ਼ਨ, ਕੰਪਿਊਟਰ, ਹਵਾਈ ਜਹਾਜ਼, ਮੋਬਾਈਲ ਅਤੇ ਹੋਰ ਬਹੁਤ ਸਾਰੀ ਟੈਕਨੋਲੋਜੀ ਦੇ ਵਿੱਚ ਕਿੰਨੀ ਤਰੱਕੀ ਹੋ ਰਹੀ ਹੈ। ਰਹਿਣ ਦੀ, ਖਾਣ ਪੀਣ ਦੀ, ਪਹਿਨਣ ਦੀ ਕਿੰਨੀ ਤਰੱਕੀ ਹੋ ਰਹੀ ਹੈ। ਕਿੰਨੇ ਰਾਜ ਹਨ, ਕਿੰਨੇ ਵੱਡੇ ਵੱਡੇ ਮੁਲਕ ਹਨ। ਦਿਨ ਬ ਦਿਨ ਸਭ ਤਰੱਕੀ ਕਰ ਰਹੇ ਹਨ। ਵੱਡੀਆਂ ਵੱਡੀਆਂ ਪਾਰਟੀਆਂ ਹਨ, ਵੱਡੇ ਵੱਡੇ ਦੇਸ਼, ਅਮਰੀਕਾ, ਚਾਈਨਾ, ਕਿਸ ਤਰ੍ਹਾਂ ਤਰੱਕੀਆਂ ਹੋ ਰਹੀਆਂ ਹਨ। ਲੇਕਿਨ ਅਸੀਂ ਮਸੀਹੀ ਲੋਕ ਬੋਲ ਰਹੇ ਹਾਂ ਕਿ ਇਹ ਬਾਈਬਲ ਹੀ ਸੱਚਾਈ ਹੈ, ਇਹੀ ਸੱਚਾਈ ਹੈ, ਸਾਡੇ ਕੋਲ ਹੀ ਸੱਚਾਈ ਹੈ। ਤਾਂ ਫਿਰ ਬਾਕੀ ਸਭ ਕੀ? ਇਹ ਸਾਰੀ ਦੁਨੀਆ ਮੂਰਖ ਹੈ। ਇੰਨੇ ਪੜ੍ਹੇ ਲਿਖੇ ਲੋਕ ਹਨ, ਇੰਨੀ ਤਰੱਕੀ ਹੋ ਰਹੀ ਹੈ ਕਿ ਇਹ ਸਭ ਮੂਰਖਤਾ ਹੈ। ਕਿੰਨੀ ਵੱਡੀ ਦੁਨੀਆ ਹੈ, ਕਿੰਨੇ ਪੜ੍ਹੇ ਲਿਖੇ ਲੋਕ ਹਨ, ਪਰ ਅਸੀਂ ਲੋਕ ਬੋਲਦੇ ਹਾਂ ਕਿ ਅਸੀਂ ਹੀ ਸਭ ਕੁਝ ਹਾਂ। ਸੱਚਾਈ ਸਾਡੇ ਕੋਲ ਹੀ ਹੈ, ਬਾਈਬਲ ਹੀ ਸੱਚਾਈ ਹੈ। ਇਹ ਸਭ ਸੋਚਦੇ ਹੋਏ ਸਾਡੇ ਦਿਲ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋ ਸਕਦੇ। ਸਾਡੇ ਮਨਾਂ ਵਿੱਚ ਵੀ, ਜੋ ਵਿਸ਼ਵਾਸੀ ਹਨ ਤੇ ਜੋ ਵਿਸ਼ਵਾਸੀ ਨਹੀਂ ਹਨ, ਉਹਨਾਂ ਦੇ ਮਨਾਂ ਵਿੱਚ ਵੀ ਸਵਾਲ ਪੈਦਾ ਹੁੰਦੇ ਹਨ। ਇਸ ਲਈ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਖੁਦ ਨੂੰ ਪਤਾ ਹੋਣੇ ਚਾਹੀਦੇ ਹਨ। ਅਗਰ ਸਾਨੂੰ ਜਵਾਬ ਨਹੀਂ ਮਿਲਦਾ ਤਾਂ ਅਸੀਂ ਵਿਸ਼ਵਾਸ ਦੇ ਵਿੱਚ ਕਮਜ਼ੋਰ ਹੁੰਦੇ ਜਾਵਾਂਗੇ, ਈਮਾਨ ਦੇ ਵਿੱਚ ਕਮਜ਼ੋਰ ਹੁੰਦੇ ਜਾਵਾਂਗੇ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਵਿੱਚ ਕੁਝ ਧਰਮ ਕਿਉਂ ਵੱਧ ਰਹੇ ਹਨ, ਪਰਮੇਸ਼ਰ ਕਿਉਂ ਇਹ ਹੋਣ ਦੇ ਰਿਹਾ ਹੈ। ਅਗਰ ਉਹਨਾਂ ਵਿੱਚ ਕੋਈ ਸੱਚਾਈ ਨਹੀਂ ਹੈ, ਉਹ ਸੱਚੇ ਨਹੀਂ ਹਨ, ਉਹਨਾਂ ਵਿੱਚ ਕੋਈ ਸੱਚਾਈ ਹੈ ਨਹੀਂ, ਤਾਂ ਕਿਉਂ ਇੰਨੇ ਲੋਕ ਉਹਨਾਂ ਦੇ ਪਿੱਛੇ ਜਾ ਰਹੇ ਹਨ। ਇੰਨੀ ਸਾਰੀ ਦੁਨੀਆ, ਇੰਨੇ ਕਰੋੜਾਂ ਲੋਕ ਹਨ, ਇਹ ਕਿੱਧਰ ਜਾ ਰਹੇ ਹਨ? ਇਹਨਾਂ ਸਵਾਲਾਂ ਦਾ ਜਵਾਬ ਤੁਹਾਡੇ ਦਿਲ ਦੇ ਵਿੱਚ ਪੱਕੇ ਤੌਰ ਤੇ ਹੋਣਾ ਜ਼ਰੂਰੀ ਹੈ। ਅਗਰ ਇਹਨਾਂ ਸਵਾਲਾਂ ਦਾ ਜਵਾਬ ਤੁਹਾਨੂੰ ਨਹੀਂ ਮਿਲੇਗਾ ਤਾਂ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਵਿਸ਼ਵਾਸ ਦੇ ਵਿੱਚ, ਈਮਾਨ ਦੇ ਵਿੱਚ ਕਮਜ਼ੋਰ ਹੋ ਸਕਦੇ ਹੋ। ਔਰ ਫਿਰ ਤੁਹਾਨੂੰ ਪੁੱਛਣ ਵਾਲਿਆਂ ਦੇ ਵੀ ਕੋਈ ਜਵਾਬ ਤੁਹਾਡੇ ਕੋਲ ਨਹੀਂ ਦੇ ਸਕਦੇ, ਜਦ ਕਿ ਤੁਹਾਨੂੰ ਪਤਾ ਨਹੀਂ ਹੈ। ਇਸ ਲਈ ਜੇ ਪਹਿਲਾਂ ਸਾਨੂੰ ਪੱਕਾ ਪਤਾ ਹੋਏਗਾ ਤਾਂ ਹੀ ਅਸੀਂ ਦੂਸਰਿਆਂ ਨੂੰ ਜਵਾਬ ਦੇ ਸਕਦੇ ਹਾਂ ਮੇਰੇ ਅਜ਼ੀਜ਼ੋ। ਇਸ ਲਈ ਆਓ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਦੇਖਦੇ ਹਾਂ। ਮਤੀ ਦੀ ਅੰਜੀਲ 11 ਬਾਬ ਦੀ 25-26 ਆਇਤ ਪੜਾਂਗੇ।
ਉਸ ਵੇਲੇ ਯਿਸੂ ਨੇ ਅੱਗੋਂ ਆਖਿਆ, ਉਸ ਵੇਲੇ ਯਿਸੂ ਨੇ ਅੱਗੋਂ ਆਖਿਆ, हे ਪਿਤਾ, हे ਪਿਤਾ, ਆਕਾਸ਼ ਅਤੇ ਧਰਤੀ ਦੇ ਮਾਲਕ, ਆਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਹੈ ਅਤੇ ਉਹਨਾਂ ਨੂੰ ਨਿਆਣਿਆਂ ਉੱਤੇ ਪ੍ਰਗਟ ਕੀਤਾ। ਅਤੇ ਉਹਨਾਂ ਨੂੰ ਨਿਆਣਿਆਂ ਉੱਤੇ, ਬੱਚਿਆਂ ਉੱਤੇ, ਬਾਲਕਾਂ ਉੱਤੇ ਪ੍ਰਗਟ ਕੀਤਾ। ਹਾਂ हे ਪਿਤਾ, ਹਾਂ, हे ਪਿਤਾ, ਕਿਉਂ ਜੋ ਤੈਨੂੰ ਇਹੋ ਚੰਗਾ ਜੋ ਤੈਨੂੰ ਇਹੋ ਚੰਗਾ ਲੱਗੇ। ਦੇਖੋ ਪ੍ਰਭੂ ਯਿਸੂ ਕਹਿ ਰਿਹਾ ਹੈ, हे ਪਿਤਾ, ਤੂੰ ਇਹਨਾਂ ਗੱਲਾਂ ਨੂੰ ਗਿਆਨੀਆਂ ਤੋਂ ਅਤੇ ਪੜ੍ਹੇ ਲਿਖਿਆਂ ਤੋਂ ਛੁਪਾ ਕੇ ਰੱਖਿਆ ਹੈ, ਪਰ ਇਹਨਾਂ ਗੱਲਾਂ ਨੂੰ ਬੱਚਿਆਂ ਉੱਤੇ ਪ੍ਰਗਟ ਕੀਤਾ ਹੈ, ਬੱਚਿਆਂ ਨੂੰ ਪਹਿਚਾਨਣ ਦਿੱਤਾ ਹੈ, ਬਾਲਕਾਂ ਉੱਤੇ ਗੱਲਾਂ ਪ੍ਰਗਟ ਕੀਤੀਆਂ। ਇੱਥੇ ਨਿਆਣਿਆਂ ਦਾ ਅਰਥ ਹੈ ਸਾਦਾ ਮਨ ਦੇ ਲੋਕ, ਜੋ ਸਾਦਾ ਮਨ ਦੇ ਨਾਲ ਇਹਨਾਂ ਗੱਲਾਂ ਨੂੰ ਸੁਣਦੇ ਹਨ। ਤੂੰ ਬਾਈਬਲ ਦੀਆਂ ਗੱਲਾਂ ਦੀ ਪਹਿਚਾਣ ਸਾਦਾ ਲੋਕਾਂ ਨੂੰ ਦਿੱਤੀ ਹੈ। ਇਹ ਪਿਤਾ, ਤੈਨੂੰ ਇਹੋ ਹੀ ਚੰਗਾ ਲੱਗਾ। ਆਪਣੇ ਆਪ ਨੂੰ ਬਹੁਤੇ ਗਿਆਨੀ ਸਮਝਣ ਵਾਲਿਆਂ ਤੋਂ ਤੇ ਆਪਣੇ ਆਪ ਨੂੰ ਬਹੁਤੇ ਪੜ੍ਹੇ ਲਿਖੇ ਸਮਝਣ ਵਾਲਿਆਂ ਤੋਂ ਬਾਈਬਲ ਦੀਆਂ ਗੱਲਾਂ ਤੂੰ ਗੁਪਤ ਰੱਖੀਆਂ। ਇਹ ਪਿਤਾ, ਤੈਨੂੰ ਇਹੋ ਚੰਗਾ। ਅਸੀਂ ਪਹਿਲਾ ਕਰੰਥੀਆਂ 1 ਬਾਬ ਉਹਦੀ 27, 28, 29 ਐਤ ਦੇਖ ਸਕਦੇ। ਪਹਿਲਾ ਕਰੰਥੀਆਂ 1 ਬਾਬ ਦੀ 27, 28 ਤੇ 29 ਐਤ ਪੜਾਂਗੇ। ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ। ਕਿਹਨਾਂ ਨੂੰ ਪਰਮੇਸ਼ਰ ਨੇ ਚੁਣਿਆ ਹੈ? ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ, ਕਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ, ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ਰ ਦੇ ਅਤੇ ਸੰਸਾਰ ਦੇ ਨਿਰਬਲਾਂ ਨੂੰ, ਕਮਜ਼ੋਰਾਂ ਨੂੰ ਪਰਮੇਸ਼ਰ ਨੇ ਚੁਣ ਲਿਆ, ਕਈ ਬਲਵੰਤਾਂ ਨੂੰ ਲੱਜਿਆਵਾਨ ਤੇ ਕਰੇ ਬਲਵੰਤਾਂ ਨੂੰ, ਜ਼ੋਰਾਵਰਾਂ ਨੂੰ ਲੱਜਿਆਵਾਨ ਕਰੇ। ਹਾਂ, ਅਤੇ ਸੰਸਾਰ ਦੇ ਅਦਨਾ ਅਤੇ ਤੇ ਸੰਸਾਰ ਦੇ ਅਦਨਾ ਤੇ ਤੁੱਛ ਲੋਕਾਂ ਨੂੰ ਪਰਮੇਸ਼ਰ ਨੇ ਚੁਣ ਲਿਆ। ਹਾਂ, ਅਤੇ ਮਲਹੀਦੜਾਂ ਨੂੰ, ਨਾਲੇ ਉਹਨਾਂ ਨੂੰ ਜਿਹੜੇ ਹਨ ਹੀ ਨਹੀਂ, ਜਿਹੜੇ ਹਨ ਹੀ ਨਹੀਂ ਪਰਮੇਸ਼ਰ ਨੇ ਚੁਣ ਲਿਆ, ਭਈ ਉਹਨਾਂ ਨੂੰ ਜਿਹੜੇ ਹਨ ਆਕਾਰਤ ਕਰੇ। ਉਹਨਾਂ ਨੂੰ ਜਿਹੜੇ ਹਨ ਆਕਾਰਤ ਕਰੇ। ਦੇਖੋ ਦੇਖੋ ਵਚਨ ਦੱਸਦਾ ਹੈ ਪਰਮੇਸ਼ਰ ਨੇ ਵੱਡੇ ਵੱਡੇ ਅਮੀਰਾਂ ਨੂੰ ਜਾਂ ਬਹੁਤੀ ਸਿਹਤ ਵਾਲਿਆਂ ਨੂੰ ਨਹੀਂ ਚੁਣਿਆ, ਉਹਨੇ ਬੜੇ ਬੜੇ ਤਕੜੇ ਤੇ ਬੜੇ ਬੜੇ ਤੰਦਰੁਸਤਾਂ ਨੂੰ ਨਹੀਂ ਚੁਣਿਆ, ਆਪਣੇ ਆਪ ਨੂੰ ਬੜੇ ਪੜ੍ਹੇ ਲਿਖੇ ਸਮਝਣ ਵਾਲਿਆਂ ਤੋਂ ਬੜੀ ਅਕਲ ਰੱਖਣ ਵਾਲਿਆਂ ਨੂੰ ਨਹੀਂ ਚੁਣਿਆ, ਜਿਹੜੇ ਆਪਣੇ ਆਪ ਨੂੰ ਬੜੇ ਅਕਲਮੰਦ ਤੇ ਬੜੇ ਬੁੱਧਵਾਨ ਸਮਝਦੇ ਹਨ ਉਹਨਾਂ ਨੂੰ ਪਰਮੇਸ਼ਰ ਨੇ ਨਹੀਂ ਚੁਣਿਆ, ਬਲਕਿ ਸਾਡੇ ਵਰਗੇ ਸਾਦਾ ਲੋਕਾਂ ਨੂੰ, ਗਰੀਬ ਲੋਕਾਂ ਨੂੰ ਪਰਮੇਸ਼ਰ ਨੇ ਚੁਣ ਲਿਆ। ਹਾਲੇਲੂਇਆ। ਪਰਮੇਸ਼ਰ ਦਾ ਇੰਨਾ ਵੱਡਾ ਗਿਆਨ ਮਨੁੱਖ ਦੀ ਸਮਝ ਵਿੱਚ ਕਦੇ ਨਹੀਂ ਆ ਸਕਦਾ, ਮਨੁੱਖ ਦੀ ਇੰਨੀ ਪਹੁੰਚ ਨਹੀਂ ਹੈ ਕਿ ਇੰਨੀ ਦੂਰ ਤੱਕ ਪਹੁੰਚ ਸਕੇ। ਪਰਮੇਸ਼ਰ ਦਾ ਗਿਆਨ ਬਹੁਤ ਡੂੰਘਾ ਹੈ। ਪਰਮੇਸ਼ਰ ਨੂੰ ਤੇ ਪਰਮੇਸ਼ਰ ਦੇ ਗਿਆਨ ਨੂੰ ਮਨੁੱਖ ਆਪਣੀ ਖੂਬੀ ਲਿਆਕਤ ਦੇ ਨਾਲ ਨਹੀਂ ਸਮਝ ਸਕਦਾ। ਪਰਮੇਸ਼ਰ ਇਹ ਜਾਣਦਾ ਹੈ ਕਿ ਜਦੋਂ ਮਨੁੱਖ ਇਹਨਾਂ ਗੱਲਾਂ ਨੂੰ ਜਾਣ ਲਏਗਾ ਤਾਂ ਘਮੰਡ ਕਰਨਾ ਸ਼ੁਰੂ ਕਰ ਦੇਗਾ ਕਿ ਮੈਂ ਆਪਣੀ ਖੂਬੀ ਲਿਆਕਤ ਦੇ ਨਾਲ ਇਹ ਜਾਣਿਆ ਹੈ। ਇਸ ਲਈ ਉਹਨੇ ਆਪਣੇ ਆਪ ਨੂੰ ਅਕਲਮੰਦ ਸਮਝਣ ਵਾਲਿਆਂ ਤੇ ਆਪਣੇ ਆਪ ਨੂੰ ਬਹੁਤੇ ਬੁੱਧਵਾਨ ਸਮਝਣ ਵਾਲਿਆਂ, ਆਪਣੇ ਆਪ ਨੂੰ ਬਹੁਤੇ ਗਿਆਨੀ ਸਮਝਣ ਵਾਲਿਆਂ ਤੋਂ ਇਹਨਾਂ ਗੱਲਾਂ ਨੂੰ ਛੁਪਾ ਕੇ ਰੱਖਿਆ। ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਵੱਲ ਦੇਖੋ ਜੀ, ਜੋ ਕਿੰਨੀ ਵੱਡੀ ਸ੍ਰਿਸ਼ਟੀ ਹੈ, ਇੱਕ ਵਿਸ਼ਾਲ ਕਾਇਨਾਤ ਹੈ। ਇਸ ਸ੍ਰਿਸ਼ਟੀ ਵਿੱਚ ਕਿੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ, ਕਿੰਨੇ ਗ੍ਰਹਿ ਹਨ। ਜਿਹੜੇ ਗ੍ਰਹਿ ਅਸੀਂ ਦੇਖਦੇ ਆ ਉਹਨਾਂ ਨਾਲੋਂ ਵੀ ਬਹੁਤ ਸੁੰਦਰ ਸੁੰਦਰ ਗ੍ਰਹਿ ਹਨ। ਉਹਨਾਂ ਗ੍ਰਹਿਾਂ ਦੀਆਂ ਤਸਵੀਰਾਂ ਧਰਤੀ ਉੱਤੇ ਆ ਰਹੀਆਂ ਹਨ। ਮਨੁੱਖ ਨੇ ਹਬਲ ਨਾਂ ਦਾ ਟੈਲੀਸਕੋਪ ਸਪੇਸ ਦੇ ਵਿੱਚ ਭੇਜਿਆ ਹੈ ਅਤੇ ਉਹ ਬਹੁਤ ਦੂਰ ਦੂਰ ਤੱਕ ਜਿਹੜੇ ਗ੍ਰਹਿ ਹਨ ਉਹਨਾਂ ਦੀਆਂ ਫੋਟੋ ਖਿੱਚ ਕੇ ਭੇਜ ਰਿਹਾ ਹੈ। ਅੱਜ ਕੱਲ ਜਿਹੜੇ ਗ੍ਰਹਿਾਂ ਦੀਆਂ ਫੋਟੋ ਆ ਰਹੀਆਂ ਹਨ ਉਹ ਬਹੁਤ ਹੀ ਸੁੰਦਰ ਸੁੰਦਰ। ਸਾਡੇ ਹਿਸਾਬ ਦੇ ਨਾਲ ਪਹਿਲਾਂ 9 ਗ੍ਰਹਿ ਹੁੰਦੇ ਸੀ, ਉਸ ਤੋਂ ਬਾਅਦ 12 ਹੋ ਗਏ, ਫਿਰ 18 ਹੋ ਗਏ, ਫਿਰ 24 ਹੋ ਗਏ, ਫਿਰ 32 ਹੋ ਗਏ, ਤੇ ਹੁਣ ਸਾਇੰਸਦਾਨ ਕਹਿੰਦੇ ਆ ਇਹਨਾਂ ਦੀ ਕੋਈ ਗਿਣਤੀ ਨਹੀਂ, ਅਸੀਂ ਗਿਣ ਹੀ ਨਹੀਂ ਸਕਦੇ, ਇੰਨੇ ਗ੍ਰਹਿ ਹਨ। ਕਿਉਂਕਿ ਦਿਨ ਬ ਦਿਨ ਨਵੇਂ ਨਵੇਂ ਗ੍ਰਹਿਾਂ ਦੀ ਖੋਜ ਹੋ ਰਹੀ ਹੈ। ਪਹਿਲਾਂ 9 ਗ੍ਰਹਿਾਂ ਉੱਤੇ ਸਭ ਕੁਝ ਚੱਲਦਾ ਸੀ, ਯਾਨੀ 9 ਗ੍ਰਹਿਾਂ ਦੇ ਮੁਤਾਬਕ ਸਾਰਾ ਹਿਸਾਬ ਕਿਤਾਬ ਲਾਇਆ ਜਾਂਦਾ ਸੀ। ਜੋਤਿਸ਼ ਵਿਦਿਆ ਜਿਹੜੀ ਹੈ ਗ੍ਰਹਿਾਂ ਦੇ ਹਿਸਾਬ ਨਾਲ ਚੱਲਦੀ ਹੈ। ਲੋ ਜੀ, ਗ੍ਰਹਿ ਜਦੋਂ ਡੁੱਬਣਗੇ ਤਾਂ ਸ਼ਾਦੀ ਨਹੀਂ ਹੋ ਸਕਦੀ, ਗ੍ਰਹਿ ਚੜ੍ਹਦੇ ਹਨ ਜੀ ਫਲਾਨਾ ਕੰਮ ਨਹੀਂ ਹੋ ਸਕਦਾ, ਗ੍ਰਹਿ ਡੁੱਬਣਗੇ ਤਾਂ ਫਲਾਨਾ ਕੰਮ ਨਹੀਂ ਜੀ ਹੋ ਸਕਦਾ, ਗ੍ਰਹਿ ਦੀ ਸਥਿਤੀ ਅਨੁਕੂਲ ਨਹੀਂ ਹੈ ਜੀ, 1 ਮਹੀਨੇ ਬਾਅਦ ਗ੍ਰਹਿਾਂ ਦੀ ਸਥਿਤੀ ਅਨੁਕੂਲ ਹੈ। ਇਸ ਤਰ੍ਹਾਂ ਹਿਸਾਬ ਕਿਤਾਬ ਲਗਾਇਆ ਜਾਂਦਾ ਸੀ।
ਲੇਕਿਨ ਹੁਣ ਬਹੁਤ ਸਾਰੇ ਲੋਕ ਇਹਨਾਂ ਗ੍ਰਹਿਾਂ ਦੇ ਪਿੱਛੇ ਨਹੀਂ ਜਾ ਰਹੇ। ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਗ੍ਰਹਿ ਕੀ ਚੀਜ਼ ਹੈ, ਪਰ ਵਿੱਚ ਕਿਤੇ ਕਿਤੇ ਹਾਲੇ ਵੀ ਇਹ ਬਿਜ਼ਨਸ ਚੱਲ ਰਿਹਾ ਹੈ, ਕਿਉਂਕਿ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ ਜਾਂ ਅਨਪੜ੍ਹ ਹਨ ਉਹ ਹਾਲੇ ਵੀ ਇਸ ਨੂੰ ਨਹੀਂ ਸਮਝ ਸਕੇ। ਫਿਰ ਚੰਦ ਲੈ ਲਓ, ਚੰਦ ਉੱਤੇ ਦੇਖ ਲਓ ਕੀ ਹੋ ਰਿਹਾ, ਕੀ ਹੋ ਰਿਹਾ ਹੈ। ਪਤਾ ਹੈ ਚੰਦ ਉੱਤੇ ਕੀ ਹੋ ਰਿਹਾ? ਬੜੇ ਅਰਸੇ ਤੋਂ ਖੋਜ ਕਰ ਰਹੇ ਸੀ ਪਾਣੀ ਦੀ, ਪਾਣੀ ਮਿਲ ਗਿਆ। ਬਰਫ਼ ਦੀ ਖੋਜ ਕਰ ਰਹੇ ਸੀ, ਬਰਫ਼ ਮਿਲ ਗਈ। ਸਾਇੰਸਦਾਨ ਕਹਿੰਦੇ ਹਨ ਪ੍ਰਿਥਵੀ ਜਿਹੜੀ ਹੈ ਖਰਾਬ ਹੋ ਰਹੀ ਹੈ, ਧਰਤੀ ਖਰਾਬ ਹੋ ਰਹੀ ਹੈ, ਅਸੀਂ ਚੰਦ ਉੱਤੇ ਜਾ ਕੇ ਰਹਾਂਗੇ ਜਾਂ ਫਿਰ ਦੂਸਰੇ ਗ੍ਰਹਿਾਂ ਤੇ ਜਾ ਕੇ ਰਹਾਂਗੇ। ਤੇ ਪਰਮੇਸ਼ਰ ਨੇ ਆਪਣੇ ਬਚਨ ਵਿੱਚ ਇਨਸਾਨ ਨੂੰ ਕੀ ਕਿਹਾ ਹੈ ਪਤਾ? ਪਰਮੇਸ਼ਰ ਨੇ ਕਿਹਾ ਹੈ ਤੂੰ ਆਸਮਾਨ ਦੇ ਕਿਸੇ ਕੋਨੇ ਵਿੱਚ ਜਾ ਕੇ ਬਸ ਜਾਵੇਂ। ਮੈਂ ਤੁਸੀਂ ਤੇ ਆ ਗਏ ਭਾਜੀ, ਉਹ ਸਾਡਾ ਨਾਲ ਤੁਹਾਡੇ ਮੁੰਡਾ ਸੀਗਾ ਇੱਕ ਹੈਲਪਰ ਜਿਹੜਾ ਉਹ ਬਿਰਿਆਨੀ ਵਾਲਾ ਐਸੇ ਪਲੇਨ ਜਹਾਜ਼ ਬਣਾਏ ਜਾ ਰਹੇ ਹਨ ਜੋ ਲੋਕਾਂ ਨੂੰ ਚਾਹੁੰਦੇ ਤੇ ਉਹ ਉੱਥੇ ਰਹਿਣ। ਸਬਜ਼ੀਆਂ ਉਗਾਉਣ ਬਾਰੇ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ। ਸਾਰੀ ਪਿਆਰੀ ਜਿਹੜੀ ਹੈ ਬੜੀ ਜ਼ੋਰ ਦੇ ਨਾਲ ਉੱਪਰ ਚੱਲ ਰਹੀ ਹੈ। ਬਿਜਲੀ ਤੇ ਚੂਹੇ ਨੂੰ ਵੀ ਲੈ ਕੇ ਗਏ, ਬਹੁਤ ਕੰਮ ਉੱਪਰ ਚੱਲ ਰਿਹਾ। ਸਵਿਮਿੰਗ ਪੂਲ ਬਣਾਏ ਜਾ ਰਹੇ ਹਨ, ਪੂਰਾ ਸਪੇਸ ਸੈਂਟਰ ਉੱਤੇ ਬਣਿਆ ਪਿਆ। ਉਸ ਸਪੇਸ ਸੈਂਟਰ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਸਾਇੰਸਦਾਨ ਕੰਮ ਕਰ ਰਹੇ ਹਨ। ਤੇ ਸਭ ਤੋਂ ਸਸਤੀ ਚੀਜ਼ ਉੱਥੇ ਪਤਾ ਕੀ ਹੋਏਗੀ? ਬਿਜਲੀ। ਬਿਜਲੀ ਸਭ ਤੋਂ ਸਸਤੀ ਹੋਏਗੀ ਕਿਉਂਕਿ ਬਿਜਲੀ ਸੂਰਜ ਤੋਂ ਨਿਕਲੇਗੀ ਜਿੰਨੀ ਮਰਜ਼ੀ ਹੋਏਗੀ। ਜੀ ਜੋ ਇਹ ਸਭ ਕੁਝ ਦੱਸਣ ਦਾ ਮੇਰਾ ਮਤਲਬ ਇਹ ਹੈ ਕਿ ਇੰਨੀ ਤਰੱਕੀ ਹੋ ਰਹੀ ਹੈ। ਇਹ ਸਭ ਕੁਝ ਦੱਸਣ ਦਾ ਇਹ ਮਤਲਬ ਹੈ ਕਿ ਦੇਖੋ ਜੀ ਇੰਨੀ ਤਰੱਕੀ ਹੋ ਰਹੀ ਹੈ ਕਿ ਇਸ ਤਰੱਕੀ ਯਾਫਤਾ ਸਮੇਂ ਵਿੱਚ 2000 ਸਾਲ ਪਹਿਲਾਂ ਯਿਸੂ ਨੇ ਆ ਕੇ ਕੁਝ ਕਰ ਦਿੱਤਾ ਸੀ। ਕਿਹੜੀ ਵੱਡੀ ਗੱਲ। ਇਸ ਤਰ੍ਹਾਂ ਸੋਚ ਕੇ ਸਾਡਾ ਵਿਸ਼ਵਾਸ, ਸਾਡਾ ਈਮਾਨ ਕਮਜ਼ੋਰ ਹੈ। ਪਰ ਯਿਸੂ ਨੇ ਕੀ ਕਿਹਾ ਹੈ? हे ਪਿਤਾ, ਤੂੰ ਬੁੱਧਵਾਨਾਂ ਨੂੰ ਇਹ ਗੱਲਾਂ ਨਹੀਂ ਦੱਸੀਆਂ, ਆਪਣੇ ਆਪ ਨੂੰ ਅਕਲਮੰਦ ਸਮਝਣ ਵਾਲਿਆਂ ਨੂੰ ਇਹ ਗੱਲਾਂ ਨਹੀਂ ਦੱਸੀਆਂ, ਉਹਨਾਂ ਉੱਥੇ ਇਹ ਗੱਲਾਂ ਪ੍ਰਗਟ ਨਹੀਂ ਕੀਤੀਆਂ। ਅਗਰ ਓਬਾਮਾ ਨੂੰ ਇਹ ਗੱਲਾਂ ਪਤਾ ਲੱਗ ਜਾਂਦੀਆਂ ਤਾਂ ਉਹਨੇ ਇੱਧਰ ਆ ਕੇ ਬੈਠੇ ਹੋਣਾ ਸੀ। ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ, ਦੁਨੀਆ ਦੇ ਐਡੇ ਵੱਡੇ ਆਦਮੀ ਨੂੰ ਇਹ ਗੱਲਾਂ ਜਿਹੜੀਆਂ ਪਤਾ ਲੱਗ ਜਾਣ ਤਾਂ ਉਹ ਕਿਸੇ ਪਾਸਟਰ ਦੇ ਚਰਨਾਂ ਵਿੱਚ ਬੈਠਾ ਹੋਵੇ ਕਿ ਬਚਨ ਪਰਮੇਸ਼ਰ ਦਾ ਜਿਹੜਾ ਸੱਚਾ ਬਚਨ ਹੈ ਉਹ ਤਾਂ ਤੇਰੇ ਕੋਲ ਹੈ ਬਈ। ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲਾਂ ਪਤਾ ਲੱਗ ਜਾਣ ਤਾਂ ਉਹ ਕਦੋਂ ਦਾ ਕੁਰਸੀ ਛੱਡ ਕੇ ਸੰਗਤੀ ਕਰ ਰਿਹਾ ਹੁੰਦਾ। ਕਿਹੜੀਆਂ ਗੱਲਾਂ? ਬਾਈਬਲ ਦੀਆਂ ਗੱਲਾਂ, ਬਚਨ ਦੀਆਂ ਗੱਲਾਂ। ਜਿਸ ਤਰ੍ਹਾਂ ਰਸੂਲਾਂ ਦੀ ਕਿਤਾਬ 4 ਬਾਬ 12 ਆਇਤ ਦੇ ਵਿੱਚ ਲਿਖਿਆ ਹੋਇਆ, ਕਿਸੇ ਦੂਸਰੇ ਤੋਂ ਮੁਕਤੀ ਨਹੀਂ ਹੈ, ਕਿਉਂਕਿ ਆਕਾਸ਼ ਦੇ ਹੇਠਾਂ ਧਰਤੀ ਉੱਤੇ ਇਨਸਾਨਾਂ ਨੂੰ ਇੱਕੋ ਹੀ ਨਾਮ ਦਿੱਤਾ ਗਿਆ ਹੈ, ਯਿਸੂ ਨਾਮ, ਜਿਸ ਤੋਂ ਅਸੀਂ ਬਚਾਏ ਜਾਣਾ। ਪ੍ਰਭੂ ਯਿਸੂ ਨੇ ਕਿਹਾ ਹੈ, ਰਾਹ, ਸਚਾਈ ਅਤੇ ਜੀਵਨ ਮੈਂ ਹਾਂ, ਕੋਈ ਮੇਰੇ ਵਸੀਲੇ ਬਿਨਾ ਪਿਤਾ ਕੋਲ ਨਹੀਂ ਜਾ ਸਕਦਾ। ਯਿਸੂ ਨੇ ਸਾਡੇ ਪਾਪਾਂ ਨੂੰ ਆਪਣੇ ਉੱਪਰ ਚੁੱਕ ਲਿਆ ਤੇ ਸਲੀਬ ਉੱਤੇ ਜਾਨ ਦੇ ਕੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾ ਲਿਆ ਤੇ ਕਿਹਾ, ਜਾਓ ਇਹ ਖੁਸ਼ਖਬਰੀ ਸਾਰੇ ਜਗਤ ਦੇ ਵਿੱਚ ਪ੍ਰਚਾਰ ਕਰੋ। ਜੋ ਵਿਸ਼ਵਾਸ ਕਰੇ ਉਹ ਬਚਾਇਆ ਜਾਵੇਗਾ, ਮੁਕਤੀ ਉਹਦੀ ਹੋ ਜਾਏਗੀ, ਨਿਜਾਤ ਉਹਦੀ ਹੋ ਜਾਵੇਗੀ ਤੇ ਹਮੇਸ਼ਾ ਦੀ ਜ਼ਿੰਦਗੀ ਉਹਦੀ ਹੋ ਜਾਏ। ਪ੍ਰਭੂ ਯਿਸੂ ਨੇ ਕਿਹਾ ਹੈ, ਜੋ ਕੋਈ ਮੇਰੇ ਉੱਤੇ ਨਿਰਚਾ ਕਰਦਾ ਹੈ, ਵਿਸ਼ਵਾਸ ਕਰਦਾ ਹੈ, ਮੇਰੇ ਉੱਤੇ ਮਾਨ ਰੱਖਦਾ ਹੈ, ਉਹ ਅਨੰਤ ਕਾਲ ਤੱਕ ਕਦੇ ਨਹੀਂ ਮਰੇਗਾ, ਉਹ ਹਮੇਸ਼ਾ ਜਿੰਦਾ ਰਹੇਗਾ। ਜੀ ਜੋ ਇਹ ਗੱਲਾਂ, ਭੇਦ ਦੀਆਂ ਇਹ ਗੱਲਾਂ ਉਹਨਾਂ ਉੱਤੇ ਪ੍ਰਗਟ ਨਹੀਂ ਕੀਤੀਆਂ ਗਈਆਂ। ਅਸੀਂ ਜੋ ਦੁਨੀਆ ਵਿੱਚ ਕੁਝ ਵੀ ਨਹੀਂ ਹਨ, ਕੁਝ ਵੀ ਨਹੀਂ ਹਾਂ, ਉਹਨਾਂ ਉੱਤੇ ਪਰਮੇਸ਼ਰ ਨੇ ਇਹ ਗੱਲਾਂ ਪ੍ਰਗਟ ਕੀਤੀਆਂ। ਇਹ ਭੇਦ ਉਹਨਾਂ ਉੱਤੇ ਪਰਮੇਸ਼ਰ ਨੇ ਖੋਲ ਦਿੱਤੇ, ਉਹਨਾਂ ਉੱਤੇ ਪ੍ਰਗਟ ਹੋ ਰਿਹਾ ਹੈ ਤਾਂ ਕਿ ਕੋਈ ਮਨੁੱਖ ਘਮੰਡ ਨਾ ਕਰੇ। ਮਨੁੱਖ ਨੇ ਬੁੱਧੀਮਾਨ ਹੋ ਕੇ ਕੀ ਕੀਤਾ? ਆਪਣੇ ਆਪ ਨੂੰ ਅਕਲਮੰਦ ਸਮਝ ਕੇ, ਸਮਝਣ ਵਾਲੇ ਮਨੁੱਖਾਂ ਨੇ ਜਿਹੜੇ ਬਹੁਤੇ ਅਕਲਮੰਦ ਸਮਝਦੇ ਹਨ, ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਹਨ, ਉਹਨਾਂ ਨੇ ਕੀ ਕੀਤਾ ਭਲਾ? ਆਓ ਬਚਨ ਚੋਂ ਦੇਖਦੇ ਹਾਂ। ਰੋਮੀਆਂ ਦਾ ਖਤ 1 ਬਾਬ 22-23 ਪੜ੍ਹ ਦੇਣਾ।
ਰੋਮੀਆਂ ਦਾ ਖਤ 1 ਬਾਬ ਦੀ 22-23 ਹੈ। ਬਹੁਤੇ ਅਕਲਮੰਦ ਸਮਝਣ ਵਾਲਿਆਂ ਨੇ ਇਨਸਾਨਾਂ ਨੇ ਕੀ ਕੀਤਾ? ਹਾਂਜੀ, ਉਹ ਆਪ ਨੂੰ ਬੁੱਧੀਮਾਨ ਮੰਨ ਕੇ ਮੂਰਖ ਬਣ ਗਏ। ਆਪ ਨੂੰ ਬੁੱਧੀਮਾਨ ਯਾਨੀ ਅਕਲਮੰਦ ਮੰਨ ਕੇ ਮੂਰਖ ਬਣ ਗਏ। ਦੇਖੋ, ਅਤੇ ਅਬਨਾਸ਼ੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਹੂੰ। ਨਾਸਵਾਨ ਮਨੁੱਖ ਅਤੇ ਪੰਛੀਆਂ ਹਾਂ। ਅਤੇ ਚੁਪਾਇਆਂ ਅਤੇ ਘਿਸਰਨ ਵਾਲੇ ਜੀਵ ਜੰਤੂਆਂ ਹਾਂ। ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ। ਮੂਰਤ ਨਾਲ ਬਟਾ ਦਿੱਤਾ। ਹਾਂ, 24 ਪੜ੍ਹਨੀ। 25 ਪੜ੍ਹ ਦੇ। ਉਹਨਾਂ ਨੇ ਪਰਮੇਸ਼ਵਰ ਦੀ ਸਚਾਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਪਰਮੇਸ਼ਰ ਦੀ ਸੱਚਾਈ ਨੂੰ ਝੂਠ ਨਾਲ ਬਟਾ ਦਿੱਤਾ। ਅਤੇ ਕਰਤਾਰ ਜਿਹੜਾ ਜੁਗੋ ਜੁਗ ਧਨ ਹੈ, ਜਿਹੜਾ ਜੁਗੋ ਜੁਗ ਧਨ ਹੈ, ਆਮੀਨ ਨੂੰ ਛੱਡ ਕੇ ਸ੍ਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ। ਸ੍ਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ। ਦੇਖੋ, ਲਿਖਿਆ ਹੈ ਇਨਸਾਨ ਆਪਣੇ ਆਪ ਨੂੰ ਅਕਲਮੰਦ ਸਮਝ ਕੇ ਮੂਰਖ ਬਣ ਗਏ। ਤੁਸੀਂ ਦੇਖਿਆ ਹੋਵੇਗਾ ਹਿੰਦੁਸਤਾਨ ਦੇ ਵਿੱਚ ਦੁਸਹਿਰੇ ਉੱਤੇ ਜਾਂ ਦੀਵਾਲੀ ਉੱਤੇ ਕਿੰਨੀਆਂ ਮੂਰਤੀਆਂ ਬਣਾਈਆਂ ਜਾਂਦੀਆਂ। ਉਹਨਾਂ ਨੂੰ ਕੌਣ ਬਣਾਉਂਦਾ ਹੈ? ਗਰੀਬ ਆਦਮੀ। ਕੌਣ ਬਣਾਉਂਦਾ ਹੈ? ਝੁੱਗੀਆਂ ਵਿੱਚ, ਝੋਂਪੜੀਆਂ ਦੇ ਵਿੱਚ ਰਹਿਣ ਵਾਲੇ ਲੋਕ, ਗਰੀਬ ਲੋਕ ਆਪਣੇ ਪੇਟ ਦੀ ਖਾਤਰ ਬਣਾਉਂਦੇ। ਤੇ ਵੱਡੇ ਵੱਡੇ ਅਮੀਰ ਤੇ ਬੜੇ ਪੜ੍ਹੇ ਲਿਖੇ ਲੋਕ, ਆਪਣੇ ਆਪ ਨੂੰ ਗਿਆਨੀ ਸਮਝਣ ਵਾਲੇ ਲੋਕ, ਅਕਲਮੰਦ ਸਮਝਣ ਵਾਲੇ ਲੋਕ, ਉਹਨਾਂ ਮੂਰਤੀਆਂ ਨੂੰ ਆਪਣੇ 2 ਹੱਥਾਂ ਨਾਲ ਉਠਾ ਕੇ ਲੈ ਜਾਂਦੇ ਹਨ। ਆਪਣੇ ਘਰ ਦੇ ਕਿਸੇ ਕੋਨੇ ਦੇ ਵਿੱਚ ਲਿਜਾ ਕੇ ਰੱਖ ਕੇ ਤੇ ਉਸ ਮੂਰਤੀ ਦੇ ਅੱਗੇ ਖੜੇ ਹੋ ਕੇ ਅਥਰੂ ਬਹਾਉਂਦੇ, ਹੰਝੂ ਬਹਾਉਂਦੇ, ਰੋਂਦੇ ਹਨ। ਦੇਖੋ ਕਿੰਨੇ ਪੜ੍ਹੇ ਲਿਖੇ ਲੋਕ ਇਸ ਤਰ੍ਹਾਂ ਕਰਦੇ। ਕਿਸੇ ਬਿੱਲੀ ਜਾਂ ਚੂਹੇ ਦੀ ਮੂਰਤ ਹੈ ਜਾਂ ਕਿਸੇ ਔਰਤ ਦੀ ਸ਼ਕਲ ਦੀ ਮੂਰਤ ਹੈ। ਪੜ੍ਹੇ ਲਿਖੇ ਲੋਕ, ਵੱਡੇ ਵੱਡੇ ਡਾਕਟਰ ਲੋਕ ਵੀ ਉਹਨਾਂ ਮੂਰਤਾਂ ਅੱਗੇ ਰੋਂਦੇ ਹਨ। ਉਹਨਾਂ ਦੇ ਸਾਹਮਣੇ ਗੋਡੇ ਟੇਕ ਕੇ ਮੱਥੇ ਰਗੜਦੇ ਹਨ, ਆਂਸੂ ਬਹਾਉਂਦੇ ਹਨ। ਬਹੁਤ ਪੜ੍ਹੇ ਲਿਖੇ ਲੋਕ, ਬਹੁਤ ਹੀ ਅਕਲਮੰਦ ਲੋਕ, ਬਹੁਤ ਬੁੱਧਵਾਨ ਲੋਕ ਇਹ ਕਰਦੇ ਹਨ। ਜੀ, ਜੋ ਮੈਂ ਕਿਸੇ ਧਰਮ ਦੀ ਬੁਰਾਈ ਨਹੀਂ ਕਰ ਰਿਹਾ, ਨਾ ਕਿਸੇ ਧਰਮ ਦੀ ਨਿੰਦਾ ਕਰਦਾ ਹਾਂ। ਮੈਂ ਕਦੇ ਕਿਸੇ ਧਰਮ ਦੀ ਨਿੰਦਾ ਨਹੀਂ ਕਰਦਾ, ਕਿਉਂਕਿ ਸਭ ਧਰਮ ਅੱਛੇ ਹਨ। ਕਿਉਂ ਅੱਛੇ ਹਨ? ਕਿਉਂਕਿ ਸਭ ਧਰਮ ਉਸ ਵਾਹਿਦ ਇੱਕ ਪਰਮੇਸ਼ਰ ਦੇ ਬਾਰੇ ਦੱਸਦੇ ਹਨ। ਉਸ ਇੱਕੋ ਬਾਰੇ ਦੱਸਦੇ ਹਨ ਕਿ ਉਹਨੂੰ ਪਹਿਚਾਣ ਲਓ। ਸਭ ਧਰਮਾਂ ਦੀਆਂ ਕਿਤਾਬਾਂ ਬਾਈਬਲ ਦੇ ਪਰਮੇਸ਼ਰ ਬਾਰੇ ਦੱਸਦੀਆਂ ਹਨ। ਇਹ ਇਨਸਾਨ ਉੱਤੇ ਡਿਪੈਂਡ ਹੈ। ਉਸਨੇ ਸਮਝਣਾ ਹੈ, ਉਸਨੇ ਜਾਣਨਾ ਹੈ। ਇਸ ਲਈ ਧਰਮ ਮਾੜੇ ਨਹੀਂ ਹਨ। ਧਰਮ ਸਭ ਅੱਛੀਆਂ ਗੱਲਾਂ ਦੱਸਦੇ ਹਨ। ਮੈਂ ਇਨਸਾਨਾਂ ਦੀ ਗੱਲ ਕਰ ਰਿਹਾ ਹਾਂ। ਮੈਂ ਇਨਸਾਨਾਂ ਦੀ ਗੱਲ ਕਰ ਰਿਹਾ ਹਾਂ ਅਤੇ ਸਾਨੂੰ ਕੀ ਮਿਲ ਗਿਆ ਹੈ ਇਹ ਗੱਲ ਕਰ ਰਿਹਾ ਜੀ। ਜੋ ਉਹ ਪੜ੍ਹੇ ਲਿਖੇ ਲੋਕ ਜੋ ਇਸ ਤਰ੍ਹਾਂ ਕਰਦੇ ਹਨ, ਜੋ ਆਪਣੇ ਆਪ ਨੂੰ ਬੁੱਧਵਾਨ ਸਮਝਣ ਵਾਲੇ, ਅਕਲਮੰਦ ਸਮਝਣ ਵਾਲੇ ਲੋਕ ਇਸ ਤਰ੍ਹਾਂ ਕਰਦੇ ਹਨ, ਉਹ ਕਿਉਂ ਕਰਦੇ ਹਨ? ਕਿਉਂ ਕਰਦੇ ਹਨ? ਯਸ਼ਾਇਆ 44 ਬਾਬ ਉਹਦੀ 18 ਆਇਤ ਪੜ੍ਹੀਏ ਤਾਂ ਲਿਖਿਆ ਹੈ, ਕਿਉਂ ਨਹੀਂ ਜਾਣਦੇ? ਪੜ੍ਹ ਦੇਣਾ ਇੱਕ ਵਾਰ, ਯਸ਼ਾਇਆ 44 ਬਾਬ ਦੀ 18 ਆਇਤ। ਇਹ ਕਿਉਂ ਕਰਦੇ ਹਨ? ਕਿਉਂ ਹੋ ਰਿਹਾ ਹੈ ਇਸ ਤਰ੍ਹਾਂ? ਯਸ਼ਾਇਆ 44 ਬਾਬ 18 ਆਇਤ ਦੇ ਵਿੱਚ ਲਿਖਿਆ ਹੈ, ਕਿਉਂ ਨਹੀਂ ਜਾਣਦੇ? ਉਹ ਨਹੀਂ ਸਮਝਦੇ। ਹਾਂ, ਉਹ ਨਹੀਂ ਜਾਣਦੇ, ਉਹ ਨਹੀਂ ਸਮਝਦੇ, ਕਿਉਂ ਜੋ ਉਹਨਾਂ ਦੀਆਂ ਅੱਖਾਂ ਦੇਖਣ ਤੋਂ ਅਤੇ ਉਹਨਾਂ ਦੇ ਮਨਾਂ ਨੂੰ ਸਮਝਣ ਤੋਂ ਮਨਾਂ ਨੂੰ ਸਮਝਣ ਤੋਂ ਬੰਦ ਕੀਤਾ ਹੋਇਆ ਹੈ। ਉਹਨਾਂ ਦੀ ਬੁੱਧ ਨੂੰ ਬੰਨਿਆ ਹੋਇਆ ਹੈ, ਉਹਨਾਂ ਦੀ ਅਕਲ ਨੂੰ ਬੰਨਿਆ ਗਿਆ ਹੈ। ਇਸ ਲਈ ਇਹ ਸਭ ਕੁਝ ਹੋ ਰਿਹਾ ਹੈ। ਯਸ਼ਾਇਆ 1 ਬਾਬ ਦੀ 3 ਆਇਤ ਵਿੱਚ ਲਿਖਿਆ ਹੋਇਆ ਹੈ, ਬਲਦ ਆਪਣੇ ਮਾਲਕ ਨੂੰ ਪਹਿਚਾਣਦਾ ਹੈ, ਗਧਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ, ਪਰ ਮਨੁੱਖ ਆਪਣੇ ਸਿਰਜਣਹਾਰ ਨੂੰ, ਆਪਣੇ ਬਣਾਉਣ ਵਾਲੇ ਨੂੰ ਨਹੀਂ ਪਹਿਚਾਣਦਾ। ਪਹਿਲਾਂ ਅਸੀਂ ਵੀ ਇਸ ਤਰ੍ਹਾਂ ਦੇ ਸੀ। ਮੈਂ ਖੁਦ ਇਸੇ ਤਰ੍ਹਾਂ ਦਾ ਹੁੰਦਾ ਸੀ। ਮੈਂ ਵੀ ਮੂਰਤੀਆਂ ਦੇ ਅੱਗੇ ਮੱਥਾ ਰਗੜਦਾ ਰਿਹਾ ਹਾਂ। ਮੈਂ ਵੀ ਦੀਵੇ ਬਾਲਦਾ ਰਿਹਾ ਹਾਂ। ਘਰ 4 ਇੱਟਾਂ ਰੱਖ ਕੇ ਫਿਰ ਉਹਨੂੰ ਲਿਖ ਲੈਣਾ, ਉੱਤੇ ਰੱਖ ਕੇ ਦੀਵਾ ਜਿਹਾ ਤੇ ਚਰਾਗ ਕਰਨਾ, ਕਹਿਣਾ ਇਹ ਸਾਡੇ ਬਾਬੇ, ਸਾਡੇ ਪੀਰ ਆ। ਹਾਂ, ਬਹੁਤ ਕਰਦੇ ਰਹੇ ਅਸੀਂ ਵੀ ਇਸ ਤਰ੍ਹਾਂ। ਪਰ ਹੁਣ ਕਿਉਂ ਨਹੀਂ ਮੈਂ ਕਰਦਾ? ਹੁਣ ਕਿਉਂ ਨਹੀਂ ਕਰਦਾ? ਕਿਉਂਕਿ ਮੇਰੇ ਉੱਤੇ ਪਰਮੇਸ਼ਰ ਦਾ ਰਹਿਮ ਹੋ ਗਿਆ, ਫਜ਼ਲ ਹੋ ਗਿਆ ਪਰਮੇਸ਼ਰ ਦਾ। ਮੇਰੀ ਬੁੱਧ ਖੁੱਲ ਗਈ। ਮੈਂ ਆਪਣੇ ਸਿਰਜਣਹਾਰ ਨੂੰ, ਆਪਣੇ ਬਣਾਉਣ ਵਾਲੇ ਪਰਮੇਸ਼ਰ ਨੂੰ ਪਹਿਚਾਣ ਲਿਆ ਕਿ ਉਹ ਕੌਣ ਹੈ। ਤੁਸੀਂ ਕਿਉਂ ਨਹੀਂ ਕਰਦੇ? ਕਿਉਂਕਿ ਤੁਹਾਡੇ ਉੱਤੇ ਰਹਿਮ ਹੋ ਗਿਆ ਹੈ।
ਤੁਹਾਡੇ ਉੱਤੇ ਵੀ ਉਹਦਾ ਫਜ਼ਲ ਹੋ ਗਿਆ ਹੈ, ਤੁਹਾਡੀ ਬੁੱਧ ਖੁੱਲ ਗਈ ਹੈ, ਤੁਹਾਡੀ ਅਕਲ ਖੁੱਲ ਗਈ ਹੈ। ਇਹ ਸਭ ਤੋਂ ਵੱਡੀ ਆਸ਼ੀਸ਼ ਹੈ ਮੇਰੇ, ਇਹ ਸਭ ਤੋਂ ਵੱਡੀ ਬਰਕਤ ਹੈ ਜੋ ਸਾਨੂੰ ਮਿਲੀ ਹੈ। ਕਿੰਨੇ ਪੜ੍ਹੇ ਲਿਖੇ ਲੋਕ ਹਨ, ਕਿੰਨੇ ਗਿਆਨੀ ਲੋਕ ਹਨ, ਕਿੰਨੇ ਅਕਲਮੰਦ ਲੋਕ ਹਨ, ਫਿਰ ਵੀ ਉਹਨਾਂ ਦੀ ਅੰਦਰਲੀ ਬੁੱਧ ਨਹੀਂ ਖੁੱਲੀ। ਜੀ ਜੋ ਉਹਨਾਂ ਦੀ ਅੰਦਰਲੀ ਬੁੱਧ ਨਹੀਂ ਖੁੱਲੀ। ਤੁਹਾਡੇ ਕੋਲ ਸ਼ਾਇਦ ਇੰਨਾ ਗਿਆਨ ਨਹੀਂ ਹੈ, ਤੁਸੀਂ ਸ਼ਾਇਦ ਪੜ੍ਹੇ ਲਿਖੇ ਨਹੀਂ ਹੋ, ਤੁਹਾਨੂੰ ਪੰਜਾਬੀ, ਹਿੰਦੀ ਜਾਂ ਉਰਦੂ ਦੇ ਵਿੱਚ ਇੱਕ ਵੀ ਲਫ਼ਜ਼ ਪੜ੍ਹਨਾ ਜਾਂ ਲਿਖਣਾ ਨਹੀਂ ਆਉਂਦਾ, ਫਿਰ ਵੀ ਅਗਰ ਤੁਸੀਂ ਪ੍ਰਭੂ ਯਿਸੂ ਨੂੰ ਪਹਿਚਾਨ ਲਿਆ ਹੈ ਤਾਂ ਤੁਹਾਡੀ ਪਦਵੀ ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ, ਬਿਰਲੇ, ਟਾਟੇ, ਅੰਬਾਨੀ ਤੋਂ ਵੀ ਕਿਤੇ ਉੱਚੀ ਹੈ ਮੇਰੇ ਜੀ। ਹਾਲੇਲੂਇਆ। ਤੁਹਾਡਾ ਸਥਾਨ ਬਹੁਤ ਉੱਚਾ ਹੈ, ਕਿਉਂਕਿ ਇਸ ਦੁਨੀਆ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਆਪਣੇ ਸਿਰਜਣਹਾਰ ਨੂੰ ਪਹਿਚਾਨ ਲੈਣਾ ਸਭ ਤੋਂ ਵੱਡੀ ਆਸ਼ੀਸ਼ ਹੈ, ਸਭ ਤੋਂ ਵੱਡਾ ਰੁਤਬਾ ਹੈ। ਹਾਲੇਲੂਇਆ। ਅਤੇ ਇਹ ਪਰਮੇਸ਼ਰ ਨੇ ਸਾਡੇ ਉੱਤੇ ਪ੍ਰਗਟ ਕਰ ਦਿੱਤਾ ਹੈ। ਇਹ ਸਭ ਤੋਂ ਵੱਡੀ ਆਸ਼ੀਸ਼ ਹੈ। ਹਾਲੇਲੂਇਆ। ਜੀ ਜੋ ਸਿਨਈ ਪਹਾੜ ਜਿਹੜਾ ਸੀਗਾ ਉਹਦੇ ਉੱਤੇ ਪਰਮੇਸ਼ਰ ਦੀ ਥੋੜੀ ਜਿਹੀ ਮਹਿਮਾ ਉਤਰੀ ਸੀ। ਸਿਨਈ ਪਹਾੜ ਦੇ ਉੱਤੇ ਪਰਮੇਸ਼ਰ ਨਹੀਂ ਸੀ ਉਤਰਿਆ, ਥੋੜੀ ਜਿਹੀ ਮਹਿਮਾ ਉਤਰੀ ਸੀ ਤਾਂ ਸਾਰਾ ਪਹਾੜ ਕੰਬ ਉੱਠਿਆ ਸੀ। ਸਿਨਈ ਪਹਾੜ ਨੂੰ ਕਾਂਬਾ ਛਿੜ ਗਿਆ ਸੀ। ਇਸਰਾਇਲੀ ਡਰ ਗਏ, ਕਹਿੰਦੇ ਮੂਸਾ ਅਸੀਂ ਤਾਂ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣ ਸਕਦੇ, ਅਸੀਂ ਲਾਗੇ ਨਹੀਂ ਦੱਸਦੇ, ਭਾਈ ਤੂੰ ਹੀ ਗੱਲ ਕਰ। ਜੀਜੋ ਕਿੱਡਾ ਮਹਾਨ ਉਹ ਪਰਮੇਸ਼ਰ, ਉਸ ਪਰਮੇਸ਼ਰ ਨੇ ਸਾਨੂੰ ਬੁਲਾਇਆ ਹੈ, ਉਸ ਪਰਮੇਸ਼ਰ ਨੇ ਉਹ ਕਿੰਨਾ ਮਹਾਨ ਹੈ। ਕਾਹਦੇ ਲਈ ਬੁਲਾਇਆ ਹੈ? ਹਮੇਸ਼ਾ ਹਮੇਸ਼ਾ ਜੁਗੋ ਜੁਗ ਉਹਦੇ ਨਾਲ ਰਹਿਣ ਲਈ। ਕਾਹਦੇ ਲਈ ਬੁਲਾਇਆ ਹੈ? ਹਮੇਸ਼ਾ ਹਮੇਸ਼ਾ ਅਬਦੋ ਆਬਾਦ ਤੱਕ, ਜੁਗੋ ਜੁਗ ਉਹਨੇ ਆਪਣੇ ਜਹਨ ਨਾਲ ਰਹਿਣ ਦੇ ਲਈ ਸਾਨੂੰ ਬੁਲਾਇਆ। ਸੋ ਮੇਰੇ ਪਿਆਰਿਓ, ਇਹ ਭੇਦ ਪਰਮੇਸ਼ਰ ਨੇ ਮੇਰੇ ਉੱਤੇ ਅਤੇ ਤੁਹਾਡੇ ਉੱਤੇ ਖੋਲ ਦਿੱਤਾ ਹੈ। ਪਰ ਬੁੱਧਵਾਨਾਂ, ਗਿਆਨੀਆਂ ਤੇ ਆਪਣੇ ਆਪ ਨੂੰ ਬਹੁਤਾ ਅਕਲਮੰਦ ਸਮਝਣ ਵਾਲਿਆਂ ਤੋਂ ਇਹ ਗੁਪਤ ਰੱਖਿਆ ਹੈ, ਛੁਪਾ ਕੇ ਰੱਖਿਆ। ਪਰਮੇਸ਼ਰ ਨੇ ਆਪਣਾ ਇਹ ਗਿਆਨ ਕਿਉਂ ਇਸ ਤਰ੍ਹਾਂ ਰੱਖਿਆ? ਪਰਮੇਸ਼ਰ ਨੇ ਆਪਣਾ ਇਹ ਗਿਆਨ ਇਸ ਤਰ੍ਹਾਂ ਕਿਉਂ ਰੱਖਿਆ ਹੈ? ਤਾਂ ਕਿ ਜਿਹਨੂੰ ਇਸ ਗਿਆਨ ਨੂੰ ਜਾਣਨ ਦੀ ਭੁੱਖ ਪਿਆਸ ਹੈ, ਉਹਦੀ ਬੁੱਧ ਖੁੱਲੇ, ਅਕਲ ਖੁੱਲੇ। ਜਿਹਨੂੰ ਇਸ ਗਿਆਨ ਨੂੰ ਜਾਣਨ ਦੀ ਭੁੱਖ ਪਿਆਸ ਹੈ, ਸਿਰਫ ਉਹਦੀ ਅਕਲ ਖੁੱਲੇ। ਹਾਲੇਲੂਇਆ। ਆਮੀਨ। ਤੁਹਾਨੂੰ ਸਭ ਨੂੰ ਆਸ਼ੀਸ਼ ਤੇ ਬਰਕਤ।